Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 181ਵੇਂ ਅੰਗ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਕੁਆਰਰੀ ਮਹਿਲਾ ਪੰਜਵਾਂ। ਮਨ ਮੰਦਰ ਤਨ ਸਾਜੀ ਬਾਰ, ਇਸ ਹੀ ਮਦੇ ਬਸਤ ਅਪਾਰ। ਇਸ ਹੀ ਭੀਤਰ ਸੁਨੀਅਤ ਸਾਹੋ, ਕਵਨ ਵਪਾਰੀ ਜਾ ਕਾ ਊਹਾ ਵਿਸਾਹੋ। ਇਹ ਜੋ ਸਾਡਾ ਮਨ ਹੈ ਉਹ ਮੰਦਰ ਹੈ। ਸਾਡੀ ਸੋਚ ਇਹ ਹੈ ਕਿ ਜੋ ਮੰਦਰ ਹੈ ਜਾਂ ਗੁਰੂ ਘਰ ਹੈ ਉੱਥੇ ਪ੍ਰਮਾਤਮਾ ਦਾ ਵਾਸ ਹੁੰਦਾ ਹੈ। ਅਸੀਂ ਅਕਸਰ ਇਸ ਗੱਲ ਨੂੰ ਦਰਨਿਕਾਰ ਕਰ ਦਿੰਦੇ ਹਾਂ ਕਿ ਜੋ ਪ੍ਰਮਾਤਮਾ ਹੈ ਉਹ ਤੇ ਹਰ ਥਾਂ ਹੀ ਵਸਦਾ ਹੈ। ਇਸ ਲਈ ਹੀ ਅਸੀਂ ਮੰਦਰ, ਗੁਰੂ ਘਰ ਜਾਂ ਮਸਜਿਦ ਜਾਂ ਚਰਚ, ਇਹਨਾਂ ਥਾਵਾਂ ਨੂੰ ਖਾਸ ਕਰਕੇ ਮੰਨਦੇ ਹਾਂ। ਸਾਡੀ ਇਹ ਸੋਚ ਹੈ ਕਿ ਇਹਨਾਂ ਥਾਵਾਂ ਦੇ ਉੱਤੇ ਪ੍ਰਮਾਤਮਾ ਵਸਦਾ ਹੈ, ਇਹ ਪਵਿੱਤਰ ਥਾਵਾਂ ਨੇ। ਸੋ ਇਸੇ ਲਈ ਹੀ ਗੁਰੂ ਜੀ ਨੇ ਮੰਦਰ ਸ਼ਬਦ ਦਾ ਇਸਤੇਮਾਲ ਕੀਤਾ ਹੈ ਤੇ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮਨ ਮੰਦਰ, ਕਿ ਸਾਡੇ ਮਨ ਦੇ ਅੰਦਰ ਹੀ ਉਸ ਪ੍ਰਮਾਤਮਾ ਦਾ ਵਾਸ ਹੈ, ਉਹਦਾ ਰਹਿਣ ਬਸੇਰਾ ਸਾਡਾ ਮਨ ਹੈ। ਤਨ ਸਾਜੀ ਬਾਰ, ਬਾਰ ਤੋਂ ਭਾਵ ਕਿ ਵਾੜ, ਤੇ ਜੋ ਸਾਡਾ ਇਹ ਤਨ ਹੈ ਇਹ ਉਸ ਮਨ ਦੇ ਅੰਦਰ ਵਸਦੇ ਹੋਏ ਪ੍ਰਮਾਤਮਾ ਦੇ ਆਲੇ ਦੁਆਲੇ ਵਾੜ ਲਗਾਈ ਗਈ ਹੈ। ਭਾਵ ਕਿ ਇਹ ਸਰੀਰ ਉਸ ਮਨ ਦੇ ਲਈ ਚਾਰ ਦੀਵਾਰੀ ਦਾ ਕੰਮ ਕਰਦਾ ਹੈ। ਇਸ ਹੀ ਮਦੇ ਬਸਤ ਅਪਾਰ, ਤੇ ਇਸ ਸਰੀਰ ਦੇ ਵਿਚਕਾਰ ਹੀ, ਇਸ ਮਨ ਦੇ ਅੰਦਰ ਹੀ ਉਹ ਅਪਾਰ ਪ੍ਰਮਾਤਮਾ ਵਸਦਾ ਹੈ। ਇਸ ਹੀ ਭੀਤਰ ਸੁਨੀਅਤ ਸਾਹੋ, ਉਹ ਸ਼ਾਹ ਰੂਪ ਪ੍ਰਮਾਤਮਾ ਇਸ ਸਰੀਰ ਦੇ ਅੰਦਰ ਵਸਦਾ ਹੀ ਸੁਣੀਦਾ ਹੈ। ਕਵਨ ਵਪਾਰੀ ਜਾ ਕਾ ਊਹਾ ਵਿਸਾਹੋ, ਉਹ ਕਿਹੜਾ ਵਪਾਰੀ ਹੈ ਜਿਹਦਾ ਉਸ ਪ੍ਰਮਾਤਮਾ ਦੀ ਹਜ਼ੂਰੀ ਦੇ ਵਿੱਚ ਇਤਬਾਰ ਬਣਿਆ ਹੋਇਆ ਹੋਵੇ। ਇਤਬਾਰ ਬਣੇ ਤੋਂ ਭਾਵ ਕਿ ਜਿਹਦੀ ਗੱਲ ਉਹ ਪ੍ਰਮਾਤਮਾ ਮੰਨਦਾ ਹੋਵੇ। ਕਿਹੜਾ ਉਹ ਵਪਾਰੀ ਹੈ ਜਿਹੜਾ ਵਿਚੋਲਾ ਬਣ ਕੇ ਮੈਨੂੰ ਉਸ ਪ੍ਰਮਾਤਮਾ ਦੇ ਨਾਲ ਮਿਲਾ ਸਕੇ। ਅਗਲੀਆਂ ਪੰਕਤੀਆਂ ਦੇ ਵਿੱਚ ਇਸੇ ਸ਼ਬਦ ਦੀਆਂ ਕੁਝ ਅੱਗੇ ਆਉਣ ਵਾਲੀਆਂ ਪੰਕਤੀਆਂ ਦੇ ਵਿੱਚ ਇਸ ਸਵਾਲ ਦਾ ਜਵਾਬ ਵੀ ਸਾਨੂੰ ਮਿਲ ਜਾਏਗਾ। ਨਾਮ ਰਤਨ ਕੋ ਵਿਵਹਾਰੀ, ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਓ। ਜਿਹੜਾ ਕੋਈ ਮਨੁੱਖ ਪ੍ਰਮਾਤਮਾ ਦੇ ਨਾਮ ਰਤਨ ਦਾ ਅਸਲੀ ਵਪਾਰੀ ਹੈ, ਉਹਦੇ ਲਈ ਆਤਮਿਕ ਜੀਵਨ ਦੇਣ ਵਾਲਾ ਪ੍ਰਮਾਤਮਾ ਦਾ ਨਾਮ ਹੀ ਭੋਜਨ ਹੈ। ਉਹ ਵਪਾਰੀ ਪ੍ਰਮਾਤਮਾ ਦੇ ਨਾਮ ਅੰਮ੍ਰਿਤ ਦਾ ਭੋਜਨ ਕਰਦਾ ਹੈ, ਉਹਨੂੰ ਆਪਣਾ ਆਹਾਰ ਸਮਝਦਾ ਹੈ। ਭੋਜਨ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਸਾਡੀ ਆਦਤ ਕਹਿ ਲਈਏ, ਭਾਵੇਂ ਜ਼ਰੂਰਤ ਕਹਿ ਲਈਏ ਕਿ ਅਸੀਂ ਦਿਨ ਦੇ ਵਿੱਚ 3 ਵਾਰ ਭੋਜਨ ਕਰਦੇ ਹਾਂ, ਅਸੀਂ ਉਹਦੇ ਬਿਨਾਂ ਰਹਿ ਨਹੀਂ ਸਕਦੇ। ਸੋ ਭੋਜਨ ਦੀ ਉਦਾਹਰਣ ਇਸੇ ਪ੍ਰਕਾਰ ਹੀ ਦਿੱਤੀ ਗਈ ਹੈ ਕਿ ਪ੍ਰਮਾਤਮਾ ਦਾ ਨਾਮ ਅੰਮ੍ਰਿਤ ਵੀ ਐਸੀ ਚੀਜ਼ ਹੈ ਜਿਹਦੇ ਬਿਨਾਂ ਸਾਡੇ ਤੋਂ ਰਿਹਾ ਨਹੀਂ ਜਾਣਾ ਚਾਹੀਦਾ। ਤੇ ਜੋ ਅਸਲ ਵਪਾਰੀ ਹੈ ਉਸ ਪ੍ਰਮਾਤਮਾ ਦੇ ਨਾਮ ਦਾ, ਉਹਦੇ ਲਈ ਅਸਲ ਦੇ ਵਿੱਚ ਹੀ ਪ੍ਰਮਾਤਮਾ ਦਾ ਨਾਮ ਭੋਜਨ ਵਾਂਗ ਹੈ, ਜਿਹਦੇ ਬਿਨਾਂ ਕਿ ਉਹ ਰਹਿ ਨਹੀਂ ਸਕਦਾ। ਮਨ ਤਨ ਅਰਪੀ ਸੇਵ ਕਰੀਜੈ, ਕਵਨ ਸੋ ਜੁਗਤ ਜਿਤ ਕਰ ਭੀਜੈ। ਪਾਏ ਲਗੋ ਤਜ ਮੇਰਾ ਤੇਰਾ, ਕਵਨ ਸੋ ਜਨ ਜੋ ਸੌਦਾ ਜੋਰੈ। ਕਹਿੰਦੇ ਮੈਂ ਆਪਣਾ ਮਨ ਅਤੇ ਤਨ ਉਸ ਗੁਰੂ ਦੇ ਅੱਗੇ ਅਰਪਣ ਕਰਦਾ ਹਾਂ, ਉਸ ਪ੍ਰਮਾਤਮਾ ਦੇ ਅੱਗੇ ਅਰਪਣ ਕਰਕੇ ਉਹਦੀ ਸੇਵਾ ਕਰਨ ਦੇ ਲਈ ਤਿਆਰ ਹਾਂ। ਬਸ ਕੋਈ ਜਣਾ ਮੈਨੂੰ ਉਹ ਜੁਗਤ ਦੱਸ ਦੇਵੇ ਜਿਸ ਨਾਲ ਕਿ ਉਸ ਪ੍ਰਮਾਤਮਾ ਨੂੰ ਪ੍ਰਸੰਨ ਕੀਤਾ ਜਾ ਸਕੇ। ਕਵਨ ਸੋ ਜੁਗਤ ਜਿਤ ਕਰ ਭੀਜੈ, ਕਿ ਉਹ ਕਿਹੜੀ ਵਿਧੀ ਹੈ ਜਿਹਦੇ ਨਾਲ ਕਿ ਉਹ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ। ਪਾਏ ਲੱਗੋ ਤਜ ਮੇਰਾ ਤੇਰਾ, ਮੈਂ ਉਸ ਪ੍ਰਮਾਤਮਾ ਦੇ ਚਰਨੀ ਲੱਗ ਜਾਵਾਂ, ਆਪਣਾ ਮੇਰਾ ਤੇਰਾ ਛੱਡ ਕੇ। ਮੇਰ ਤੇਰ ਦਾ ਜੋ ਅਸੀਂ ਗੇੜ ਪਾਈ ਰੱਖਦੇ ਹਾਂ ਕਿ ਇਹ ਚੀਜ਼ ਮੇਰੀ ਹੈ, ਇਹ ਤੇਰੀ ਹੈ, ਗੁਰੂ ਜੀ ਕਹਿੰਦੇ ਕਿ ਮੈਂ ਇਹ ਸਾਰਾ ਮੇਰ ਤੇਰ ਤਿਆਗ ਕੇ ਉਸ ਪ੍ਰਮਾਤਮਾ ਦੇ ਚਰਨੀ ਲੱਗ ਜਾਵਾਂ। ਕਵਨ ਸੋ ਜਨ ਜੋ ਸੌਦਾ ਜੋਰੈ, ਪਰ ਮੈਨੂੰ ਕੋਈ ਉਹ ਇਨਸਾਨ ਦੱਸੋ ਕਿ ਉਹ ਕਿਹੜਾ ਜਨ ਹੈ ਜਿਹੜਾ ਇਹ ਸੌਦਾ ਜੋੜ ਸਕੇ।
ਮਹਿਲ ਸਾਹ ਕਾ ਕਿਨ ਵਿਦ ਪਾਵੈ, ਕਵਨ ਸੋ ਵਿਦ ਜਿਤ ਭੀਤਰ ਬੁਲਾਵੈ। ਕਿਹੜੀਆਂ ਵਿਧੀਆਂ ਦੇ ਨਾਲ ਉਸ ਪਰਮਾਤਮਾ ਦਾ ਮਹਿਲ ਪਾਇਆ ਜਾ ਸਕਦਾ ਹੈ? ਕਿਹੜੀ ਉਹ ਵਿਧੀ ਹੈ ਜਿਹਦੇ ਨਾਲ ਕਿ ਉਹ ਪਰਮਾਤਮਾ ਮੈਨੂੰ ਅੰਦਰ ਬੁਲਾ ਲਵੇ, ਆਪਣੀ ਹਜ਼ੂਰੀ ਦੇ ਵਿੱਚ ਬੁਲਾ ਲਵੇ। ਤੂੰ ਵੱਡ ਸਾਹੋ ਜਾ ਕੇ ਕੋਟ ਵਣਜਾਰੇ। ਹੇ ਪਰਮਾਤਮਾ, ਤੂੰ ਵੱਡਾ ਸ਼ਾਹ ਹੈ ਤੇ ਕਰੋੜਾਂ ਹੀ ਜੀਵ ਤੇਰੇ ਵਣਜਾਰੇ ਹਨ। ਕਵਨ ਸੋ ਦਾਤਾ ਲੈ ਸੰਚਾਰੇ। ਤੇਰੇ ਨਾਮ ਦੀ ਦਾਤ ਬਖਸ਼ਣ ਵਾਲਾ ਉਹ ਕਿਹੜਾ ਦਾਤਾ ਹੈ ਜਿਹੜਾ ਮੈਨੂੰ ਤੇਰੇ ਚਰਨਾਂ ਦੇ ਵਿੱਚ ਅਪੜਾ ਦੇਵੇ। ਖੋਜਤ ਖੋਜਤ ਨਿਜ ਘਰ ਪਾਇਆ, ਅਮੋਲ ਰਤਨ ਸਾਚ ਦਿਖਲਾਇਆ। ਕਰ ਕਿਰਪਾ ਜਬ ਮੇਲੇ ਸਾਹੇ, ਕਹੋ ਨਾਨਕ ਗੁਰ ਕੈ ਵੇ ਸਾਹੇ। ਪਹਿਲੀਆਂ ਹੀ ਪੰਕਤੀਆਂ ਦੇ ਵਿੱਚ ਗੁਰੂ ਜੀ ਨੇ ਜੋ ਸਵਾਲ ਕੀਤਾ ਸੀ ਉਹਦਾ ਉੱਤਰ ਇਹਨਾਂ ਪੰਕਤੀਆਂ ਦੇ ਵਿੱਚ ਮੌਜੂਦ ਹੈ। ਸਵਾਲ ਸੀ ਕਿ ਕਵਨ ਵਪਾਰੀ ਜਾ ਕਾ ਊਹਾ ਵਿਸਾਹੋ, ਕਿ ਉਹ ਕਿਹੜਾ ਵਪਾਰੀ ਹੈ ਜਿਹਦੀ ਕਿ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਚੱਲਦੀ ਹੋਵੇ, ਜਿਹਦਾ ਉਸ ਪਰਮਾਤਮਾ ਦੇ ਦਰਬਾਰ ਦੇ ਵਿੱਚ ਇਤਬਾਰ ਬਣਿਆ ਹੋਵੇ। ਤੇ ਇੱਥੇ ਗੁਰੂ ਜੀ ਕਹਿੰਦੇ ਹਨ, ਕਹੋ ਨਾਨਕ ਗੁਰ ਕੈ ਵੇ ਸਾਹੇ, ਕਿ ਹੇ ਨਾਨਕ ਇਹ ਆਖ ਕਿ ਉਸ ਪਰਮਾਤਮਾ ਦੀ ਹਜ਼ੂਰੀ ਦੇ ਵਿੱਚ ਗੁਰੂ ਦਾ ਇਤਬਾਰ ਬਣਿਆ ਹੋਇਆ ਹੈ, ਗੁਰੂ ਦੀ ਗੱਲ ਸੁਣੀ ਜਾਂਦੀ ਹੈ। ਤੇ ਗੁਰੂ ਨੇ ਮੇਰੇ ਉੱਪਰ ਕਿਰਪਾ ਕੀਤੀ ਹੈ ਕਿ ਮੈਨੂੰ ਉਸ ਸ਼ਾਹ ਰੂਪ ਪਰਮਾਤਮਾ ਦੇ ਨਾਲ ਮਿਲਾ ਦਿੱਤਾ ਹੈ। ਕਰ ਕਿਰਪਾ ਜਬ ਮੇਲੇ ਸਾਹੇ। ਤੇ ਜਦੋਂ ਮੇਰਾ ਉਸ ਪਰਮਾਤਮਾ ਦੇ ਨਾਲ ਮਿਲਾਪ ਹੋ ਗਿਆ, ਖੋਜਤ ਖੋਜਤ ਨਿਜ ਘਰ ਪਾਇਆ, ਅਮੋਲ ਰਤਨ ਸਾਚ ਦਿਖਲਾਇਆ, ਤਾਂ ਮੈਨੂੰ ਇਹ ਅਹਿਸਾਸ ਹੁੰਦਾ ਹੈ ਕਿ ਲੱਭਦੇ ਲੱਭਦੇ ਨੇ ਮੈਂ ਉਸ ਪਰਮਾਤਮਾ ਦਾ ਘਰ ਲੱਭ ਹੀ ਲਿਆ ਹੈ ਤੇ ਹੀਰੇ ਰੂਪ ਅਨਮੋਲ ਉਸ ਪਰਮਾਤਮਾ ਦਾ ਸੱਚ ਮੈਨੂੰ ਨਜ਼ਰ ਹੀ ਆ ਗਿਆ ਹੈ, ਦਿਖ ਗਿਆ ਹੈ। ਗੌੜੀ ਮਹਿਲਾ ਪੰਜਵਾਂ ਗੁਆਰਰੀ। ਰੈਣ ਦਿਨਸ ਰਹਿ ਇਕ ਰੰਗਾ, ਪ੍ਰਭ ਕੋ ਜਾਣੈ ਸਦ ਹੀ ਸੰਗਾ। ਠਾਕੁਰ ਨਾਮ ਕੀਓ ਉਨ ਵਰਤਨ, ਤ੍ਰਿਪਤ ਅਕਾਵਨ ਹਰ ਕੈ ਦਰਸ਼ਨ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਜਾਂਦਾ ਹੈ, ਉਹ ਦਿਨ ਰਾਤ ਹਰ ਵੇਲੇ ਉਸ ਇੱਕ ਪਰਮਾਤਮਾ ਦੇ ਪ੍ਰੇਮ ਰੰਗ ਦੇ ਵਿੱਚ ਹੀ ਰੰਗਿਆ ਰਹਿੰਦਾ ਹੈ। ਉਸ ਪਰਮਾਤਮਾ ਨੂੰ ਸਦਾ ਆਪਣੇ ਅੰਗ ਸੰਗ ਸਹਾਈ ਸਮਝਦਾ ਹੈ, ਆਪਣੇ ਆਸ-ਪਾਸ ਹੀ ਵਸਦਾ ਹੋਇਆ ਸਮਝਦਾ ਹੈ। ਪ੍ਰਭ ਕੋ ਜਾਣੈ ਸਦ ਹੀ ਸੰਗਾ। ਠਾਕੁਰ ਨਾਮ ਕੀਓ ਉਨ ਵਰਤਨ। ਪਰਮਾਤਮਾ ਦੇ ਨਾਮ ਨੂੰ ਉਹਨੇ ਵਰਤਣ ਵਾਲੀ ਚੀਜ਼ ਬਣਾ ਲਿਆ ਹੁੰਦਾ ਹੈ। ਹੁਣ ਜਿਹੜੀ ਚੀਜ਼ ਅਸੀਂ ਵਰਤਦੇ ਹਾਂ ਉਹ ਕੋਈ ਵੀ ਚੀਜ਼ ਹੋ ਸਕਦੀ ਹੈ। ਉਦਾਹਰਣ ਦੇ ਤੌਰ 'ਤੇ ਅਸੀਂ ਅੱਜ ਦੇ ਸਮੇਂ ਦੀ ਜੇਕਰ ਗੱਲ ਲੈ ਲਈਏ ਤਾਂ ਹਰ ਮਨੁੱਖ ਦੇ ਕੋਲ ਤਕਰੀਬਨ ਫੋਨ ਹੁੰਦਾ ਹੈ ਤੇ ਫੋਨ ਇੱਕ ਵਰਤਣ ਵਾਲੀ ਚੀਜ਼ ਹੈ। ਉਹਨੂੰ ਇੱਕ ਪਲ ਦੇ ਲਈ ਵੀ ਅਸੀਂ ਛੱਡਦੇ ਨਹੀਂ, ਸਾਰਾ ਦਿਨ ਉਹਨੂੰ ਵਰਤਦੇ ਰਹਿੰਦੇ ਹਾਂ। ਤਾਂ ਇਸ ਪੰਕਤੀ ਦੇ ਕਹਿਣ ਦਾ ਵੀ ਇਹੀ ਭਾਵ ਹੈ ਕਿ ਠਾਕੁਰ ਨਾਮ ਕੀਓ ਉਨ ਵਰਤਨ, ਕਿ ਪਰਮਾਤਮਾ ਦੇ ਨਾਮ ਨੂੰ ਉਹ ਵਰਤਣ ਵਾਲੀ ਚੀਜ਼ ਬਣਾ ਲੈਂਦੇ ਹਨ। ਅਜਿਹੀ ਚੀਜ਼ ਜਿਸ ਦੇ ਬਿਨਾਂ ਕਿ ਸਰਦਾ ਨਹੀਂ, ਇੰਨਾ ਜ਼ਿਆਦਾ ਉਹ ਉਸ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੇਮ ਪਾ ਲੈਂਦੇ ਹਨ ਕਿ ਹਰ ਵਕਤ ਉਹਨੂੰ ਸਦਾ ਆਪਣੇ ਨਾਲ ਹੀ ਰੱਖਦੇ ਹਨ। ਤ੍ਰਿਪਤ ਅਕਾਵਨ ਹਰ ਕੈ ਦਰਸ਼ਨ। ਤੇ ਉਸ ਪਰਮਾਤਮਾ ਦੇ ਦਰਸ਼ਨ ਕਰਕੇ ਉਹ ਸੰਤੁਸ਼ਟ ਹੋਏ ਰਹਿੰਦੇ ਹਨ। ਅਕਾਵਨ ਤੋਂ ਭਾਵ ਸੰਤੁਸ਼ਟ, ਤ੍ਰਿਪਤ ਤੋਂ ਭਾਵ ਵੀ ਸੰਤੁਸ਼ਟ। ਪਰਮਾਤਮਾ ਦਾ ਦਰਸ਼ਨ ਕਰਕੇ ਉਹ ਸਦਾ ਸੰਤੁਸ਼ਟ ਰਹਿੰਦੇ ਹਨ। ਹਰ ਸੰਗ ਰਾਤੇ ਮਨ ਤਨ ਹਰੈ, ਗੁਰ ਪੂਰੇ ਕੀ ਸਰਨੀ ਪਰੇ ਰਹਾਓ। ਜਿਹੜੇ ਉਸ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗੇ ਜਾਂਦੇ ਹਨ, ਉਹਨਾਂ ਦਾ ਮਨ ਅਤੇ ਤਨ ਸਦਾ ਖਿੜਿਆ ਰਹਿੰਦਾ ਹੈ। ਤੇ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗੇ ਕਦੋਂ ਜਾਂਦੇ ਨੇ? ਗੁਰ ਪੂਰੇ ਕੀ ਸਰਨੀ ਪਰੇ, ਜਦੋਂ ਪੂਰੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਨੇ। ਤੁਸੀਂ ਵੀ ਭਾਗਾਂ ਵਾਲੇ ਹੋ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਪਏ ਹੋਏ ਹੋ, ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਡੀ ਵੀ ਲਿਵ ਉਸ ਪਰਮਾਤਮਾ ਦੇ ਨਾਲ ਲੱਗੀ ਹੋਈ ਹੈ। ਚਰਨ ਕਮਲ ਆਤਮ ਆਧਾਰ, ਏਕ ਨਿਹਾਰੈ ਆਗਿਆਕਾਰ। ਇੱਕੋ ਬਨੰਜ ਇੱਕੋ ਵਿਵਹਾਰੀ, ਅਵਰ ਨਾ ਜਾਣੈ ਬਿਨ ਨਿਰੰਕਾਰੀ। ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਦੇ ਲਈ ਕਮਲ ਫੁੱਲ ਰੂਪੀ ਪਰਮਾਤਮਾ ਦੇ ਚਰਨ ਹੀ ਉਹਨਾਂ ਦੇ ਜੀਵਨ ਦਾ ਆਧਾਰ ਬਣ ਜਾਂਦੇ ਹਨ। ਉਹ ਉਸ ਇੱਕ ਪਰਮਾਤਮਾ ਨੂੰ ਹੀ ਵੇਖਦੇ ਹਨ
ਤੇ ਸਦਾ ਉਹਦੀ ਆਗਿਆ ਦੇ ਵਿੱਚ ਤੁਰਦੇ ਹਨ, ਉਹਦੇ ਹੁਕਮ ਦੀ ਤਾਬਿਆ ਦੇ ਵਿੱਚ ਰਹਿੰਦੇ ਹਨ। ਉਹ ਉਸ ਪਰਮਾਤਮਾ ਦੇ ਨਾਮ ਰੂਪੀ ਇੱਕ ਹੀ ਵਪਾਰ ਕਰਦੇ ਹਨ ਤੇ ਉਸੇ ਵਪਾਰ ਦੇ ਹੀ ਵਪਾਰੀ ਰਹਿੰਦੇ ਹਨ। ਉਸ ਨਿਰੰਕਾਰੀ ਪਰਮਾਤਮਾ ਤੋਂ ਬਿਨਾਂ ਉਹਨਾਂ ਦੀ ਹੋਰ ਕਿਸੇ ਵੀ ਇਨਸਾਨ ਜਾਂ ਸ਼ੈ ਦੇ ਨਾਲ ਡੂੰਘੀ ਸਾਂਝ ਨਹੀਂ ਹੁੰਦੀ। ਹਰਖ ਸੋਗ ਦੋਹਾਂ ਤੇ ਮੁਕਤੇ, ਉਹ ਖੁਸ਼ੀ ਅਤੇ ਗਮੀ ਦੋਨਾਂ ਤੋਂ ਹੀ ਸੁਤੰਤਰ ਰਹਿੰਦੇ ਹਨ। ਬਹੁਤ ਪਤੇ ਦੀ ਗੱਲ ਹੈ ਇਸ ਪੰਕਤੀ ਦੇ ਵਿੱਚ, ਪਹਿਲਾਂ ਵੀ ਕਈ ਵਾਰ ਅਸੀਂ ਇਹ ਗੱਲ ਕੀਤੀ ਹੈ ਕਿ ਸਿਰਫ ਦੁੱਖਾਂ ਤੋਂ ਅਸੀਂ ਛੁਟਕਾਰਾ ਨਹੀਂ ਪਾ ਸਕਦੇ। ਜੇ ਦੁੱਖਾਂ ਤੋਂ ਬਚਣਾ ਹੈ, ਦੁੱਖ ਦੇ ਸਮੇਂ ਦੁਖੀ ਹੋਣ ਤੋਂ ਬਚਣਾ ਹੈ, ਤਾਂ ਖੁਸ਼ੀ ਦੇ ਸਮੇਂ ਖੁਸ਼ ਹੋਣ ਤੋਂ ਵੀ ਬਚਣਾ ਪੈਣਾ। ਆਪਣੇ ਮਨ ਨੂੰ ਉਸ ਅਵਸਥਾ ਦੇ ਵਿੱਚ ਲੈ ਕੇ ਜਾਣਾ ਪੈਣਾ ਕਿ ਜਿੱਥੇ ਤੁਸੀਂ ਖੁਸ਼ੀ ਸਮੇਂ ਬਹੁਤਾ ਉਛਲਣ ਨਾ ਲੱਗ ਜਾਵੋ। ਜੇਕਰ ਅਜਿਹਾ ਕਰ ਪਾਓਗੇ ਤਾਂ ਜ਼ਾਹਿਰ ਜਿਹੀ ਗੱਲ ਹੈ ਕਿ ਦੁੱਖ ਵੇਲੇ ਬਹੁਤਾ ਦੁਖੀ ਵੀ ਨਹੀਂ ਹੋਵੋਗੇ। ਜਿਹੜੇ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਹਰਖ ਸੋਗ ਦੋਹਾਂ ਤੇ ਮੁਕਤੇ, ਖੁਸ਼ੀ ਅਤੇ ਗਮੀ ਦੋਨਾਂ ਤੋਂ ਹੀ ਮੁਕਤ ਹੋ ਜਾਂਦੇ ਨੇ। ਸਦਾ ਅਲਿਪਤ ਜੋਗ ਅਰ ਜੁਗਤੇ, ਉਹ ਸਦਾ ਮਾਇਆ ਵੱਲੋਂ ਅਲਿਪਤ ਰਹਿੰਦੇ ਹਨ, ਨਿਰਲੇਪ ਰਹਿੰਦੇ ਹਨ, ਪਰਮਾਤਮਾ ਦੇ ਨਾਲ ਜੁੜੇ ਰਹਿੰਦੇ ਹਨ ਤੇ ਉਹਨਾਂ ਦੀ ਜੋ ਜੁਗਤੇ ਤੋਂ ਭਾਵ ਜੀਵਨ ਸ਼ੈਲੀ ਹੈ ਉਹ ਚੰਗੀ ਹੋ ਜਾਂਦੀ ਹੈ, ਸੋਹਣੀ ਹੋ ਜਾਂਦੀ ਹੈ। ਦੀਸੈ ਸਭ ਮਹਿ ਸਭ ਤੇ ਰਹਤੇ, ਅਜਿਹਾ ਜਾਪਦਾ ਹੈ ਕਿ ਉਹ ਸਾਰਿਆਂ ਦੇ ਹੀ ਨਾਲ ਹੁੰਦੇ ਨੇ, ਸਾਰਿਆਂ ਦੇ ਨਾਲ ਹੀ ਬੜਾ ਪ੍ਰੇਮ ਕਰਦੇ ਨੇ, ਪਰ ਸਭ ਤੇ ਰਹਤੇ, ਪਰ ਇਸ ਦੇ ਬਾਵਜੂਦ ਵੀ ਉਹ ਸਾਰਿਆਂ ਤੋਂ ਵੱਖਰੇ ਵੀ ਹੁੰਦੇ ਨੇ। ਇਹ ਵੀ ਬਹੁਤ ਪਤੇ ਦੀ ਗੱਲ ਹੈ। ਅਸੀਂ ਆਪਣੇ ਪਰਿਵਾਰ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ ਵਿਚਰਦੇ ਹਾਂ, ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਵਿਚਰਦੇ ਹਾਂ, ਉਹਨਾਂ ਦੇ ਨਾਲ ਸਾਡਾ ਪ੍ਰੇਮ ਹੋਣਾ ਜ਼ਰੂਰੀ ਹੈ, ਪਰ ਨਾਲ ਦੀ ਨਾਲ ਹੀ ਅਸੀਂ ਮੋਹ ਤੋਂ ਵੀ ਬਚਣਾ ਹੈ। 5 ਵਿਕਾਰਾਂ ਦੀ ਲੜੀ ਦੇ ਵਿੱਚ ਮੋਹ ਦੇ ਉੱਤੇ ਅਸੀਂ ਇੱਕ ਵੀਡੀਓ ਕੀਤੀ ਹੋਈ ਹੈ, ਉਹਨੂੰ ਵੇਖ ਲਿਓ, ਸੁਣ ਲਿਓ। ਤੁਹਾਨੂੰ ਮੋਹ ਦੇ ਬਾਰੇ ਦੇ ਵਿੱਚ ਕੋਈ ਜ਼ਰੂਰੀ ਜਾਣਕਾਰੀਆਂ ਉੱਥੋਂ ਮਿਲ ਜਾਣਗੀਆਂ ਕਿ ਅਸਲ ਦੇ ਵਿੱਚ ਮੋਹ ਹੈ ਕੀ। ਦੀਸੈ ਸਭ ਮਹਿ ਸਭ ਤੇ ਰਹਤੇ, ਪਾਰ ਬ੍ਰਹਮ ਕਾ ਓਏ ਧਿਆਨ ਧਰਤੇ, ਕਿ ਉਹ ਮਨੁੱਖ ਸਦਾ ਉਸ ਪਰਮਾਤਮਾ ਦਾ ਧਿਆਨ ਧਰਦੇ ਹਨ, ਉਹਦੇ ਵਿੱਚ ਸੁਰਤ ਜੋੜੀ ਰੱਖਦੇ ਹਨ। ਸੰਤਨ ਕੀ ਮਹਿਮਾ ਕਵਨ ਵਖਾਨੋ, ਅਗਾਧ ਬੋਧ ਕਿਛ ਮਿਤ ਨਹੀਂ ਜਾਣੋ, ਕਹਿੰਦੇ ਮੈਂ ਕਿਹੜੇ ਤਰੀਕੇ ਦੇ ਨਾਲ ਸੰਤ ਜਨਾਂ ਦੀ ਮਹਿਮਾ ਕਰਾਂ, ਉਹਨਾਂ ਦੀ ਸਿਫਤ ਸਲਾਹ ਕਰਾਂ, ਉਹਨਾਂ ਦੀ ਵਡਿਆਈ ਬਿਆਨ ਕਰ ਸਕਾਂ, ਮੇਰੀ ਜੁਰਤ ਨਹੀਂ ਇੰਨੀ। ਉਹ ਜੋ ਸੰਤ ਜਨ ਹਨ ਅਗਾਧ ਬੋਧ ਦੇ ਮਾਲਕ ਹਨ। ਅਗਾਧ ਤੋਂ ਭਾਵ ਅਥਾਹ ਅਤੇ ਬੋਧ ਤੋਂ ਭਾਵ ਸਮਝ, ਕਿ ਉਹ ਸੰਤ ਜਨ ਅਥਾਹ ਸਮਝ ਦੇ ਮਾਲਕ ਹਨ ਤੇ ਮੇਰੀ ਇੰਨੀ ਜੁਰਤ ਨਹੀਂ ਹੈ, ਮੇਰੇ ਕੋਲ ਇੰਨੀ ਸਮਝ ਨਹੀਂ ਹੈ ਕਿ ਮੈਂ ਉਹਨਾਂ ਦੀ ਸਮਝ ਦਾ ਕੋਈ ਅੰਦਾਜ਼ਾ ਲਗਾ ਸਕਾਂ। ਪਾਰ ਬ੍ਰਹਮ ਮੋਹਿ ਕਿਰਪਾ ਕੀਜੈ, ਹੇ ਪ੍ਰਮਾਤਮਾ ਮੇਰੇ ਤੇ ਕਿਰਪਾ ਕਰ, ਧੂਰ ਸੰਤਨ ਕੀ ਨਾਨਕ ਦੀਜੈ, ਕਿ ਨਾਨਕ ਨੂੰ ਉਹਨਾਂ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਖਸ਼ ਦੇ। ਗੌੜੀ ਗੁਆਰਰੀ ਮਹਿਲਾ ਪੰਜਵਾਂ। ਤੂੰ ਮੇਰਾ ਸਖਾ ਤੂੰ ਹੀ ਮੇਰਾ ਮੀਤ, ਤੂੰ ਮੇਰਾ ਪ੍ਰੀਤਮ ਤੁਮ ਸੰਗ ਹੀਤ, ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ, ਤੁਝ ਬਿਨ ਨਿਮਖ ਨਾ ਜਾਈ ਰਹਿਣਾ। ਇਸ ਸਾਰੇ ਸ਼ਬਦ ਦੇ ਵਿੱਚ ਗੁਰੂ ਜੀ ਨੇ ਉਸ ਪਰਮਾਤਮਾ ਦੇ ਨਾਲ ਇੱਕ ਤਰ੍ਹਾਂ ਦੀ ਵਾਰਤਾਲਾਪ ਕੀਤੀ ਹੈ, ਉਸ ਪਰਮਾਤਮਾ ਦਾ ਸ਼ੁਕਰਗੁਜ਼ਾਰ ਹੋਏ ਹਨ, ਸ਼ੁਕਰੀਆ ਕੀਤਾ ਹੈ ਤੇ ਇਹਨਾਂ ਗੱਲਾਂ ਨੂੰ ਮੰਨਿਆ ਹੈ ਕਿ ਹੇ ਪਰਮਾਤਮਾ ਤੂੰ ਹੀ ਮੇਰਾ ਸਖਾ ਹੈ, ਮੇਰਾ ਸਾਥੀ ਹੈ, ਮੇਰਾ ਆਪਣਾ ਹੈ, ਤੂੰ ਹੀ ਮੇਰਾ ਮੀਤ ਹੈ, ਮੇਰਾ ਮਿੱਤਰ ਹੈ, ਤੂੰ ਹੀ ਮੇਰਾ ਪ੍ਰੀਤਮ ਹੈ, ਤੇਰੇ ਨਾਲ ਹੀ ਮੈਨੂੰ ਪਿਆਰ ਹੈ। ਤੁਮ ਸੰਗ ਹੀਤ, ਹੀਤ ਤੋਂ ਭਾਵ ਪ੍ਰੇਮ ਪਿਆਰ। ਤੂੰ ਮੇਰੀ ਪਤ ਤੂੰ ਹੈ ਮੇਰਾ ਗਹਿਣਾ, ਤੂੰ ਹੀ ਮੇਰੀ ਇੱਜ਼ਤ ਹੈ, ਤੂੰ ਹੀ ਮੇਰਾ ਗਹਿਣਾ ਹੈ, ਤੁਝ ਬਿਨ ਨਿਮਖ ਨਾ ਜਾਈ ਰਹਿਣਾ। ਮੇਰੇ ਪਾਸੋਂ ਇੱਕ ਅੱਖ ਫਰਕਣ ਜਿੰਨੇ ਸਮੇਂ ਲਈ ਵੀ ਤੇਰੇ ਤੋਂ ਬਗੈਰ ਰਿਹਾ ਨਹੀਂ ਜਾਂਦਾ। ਤੂੰ ਮੇਰੇ ਲਾਲਨ, ਤੂੰ ਮੇਰੇ ਪ੍ਰਾਣ, ਤੂੰ ਮੇਰੇ ਸਾਹਿਬ, ਤੂੰ ਮੇਰੇ ਖਾਨ ਰਹਾਓ। ਤੂੰ ਹੀ ਮੇਰਾ ਸੋਹਣਾ ਲਾਲ ਹੈ, ਤੂੰ ਹੀ ਮੇਰੀ ਜਿੰਦ ਹੈ, ਤੂੰ ਹੀ ਮੇਰਾ ਸਾਹਿਬ, ਮੇਰਾ ਮਾਲਕ ਹੈ ਤੇ ਤੂੰ ਹੀ ਮੇਰਾ ਖਾਨ ਹੈ। ਭਾਵ ਕਿ ਮੇਰੇ ਲਈ ਹੇ ਪਰਮਾਤਮਾ ਤੂੰ ਹੀ ਸਭ ਕੁਝ ਹੈ। ਇਸ ਗੱਲ ਨੂੰ ਗੁਰੂ ਜੀ ਆਪਣੇ ਹਿਰਦੇ ਦੇ ਵਿੱਚ ਪੱਕਾ ਕਰ ਰਹੇ ਹਨ ਤੇ ਸਾਨੂੰ ਵੀ ਕਰਨਾ ਚਾਹੀਦਾ ਹੈ। ਜੋ ਤੁਮ ਰਾਖੋ ਤਿਵ ਹੀ ਰਹਿਣਾ,
ਜੋ ਤੁਮ ਕਹੋ ਸੋਈ ਮੋਹਿ ਕਰਨਾ। ਕਿ ਹੇ ਪ੍ਰਮਾਤਮਾ, ਜਿਵੇਂ ਤੂੰ ਮੈਨੂੰ ਰੱਖੇ ਮੈਂ ਉਵੇਂ ਹੀ ਰਹਿਣਾ ਹੈ, ਤੇਰੀ ਰਜ਼ਾ ਦੇ ਵਿੱਚ ਮੈਂ ਹਮੇਸ਼ਾ ਖੁਸ਼ ਹਾਂ। ਜੋ ਤੂੰ ਮੈਨੂੰ ਕਹੇ ਉਹੀ ਮੈਂ ਕਰਨਾ ਹੈ। ਇੱਥੇ ਪਤਾ ਕਿਵੇਂ ਲੱਗੇ ਕਿ ਪ੍ਰਮਾਤਮਾ ਨੇ ਸਾਨੂੰ ਕੀ ਕਿਹਾ ਹੈ? ਇੱਕ ਤਰੀਕਾ ਇਹ ਹੈ ਕਿ ਕੋਈ ਵੀ ਜਦੋਂ ਅਸੀਂ ਕੰਮ ਕਰੀਏ ਤੇ ਜਿੱਥੇ ਸਾਨੂੰ ਕੋਈ ਦੁਚਿੱਤੀ ਹੋਵੇ ਤਾਂ ਉੱਥੇ ਆਪਣੇ ਦਿਲ ਦੀ ਗੱਲ ਸੁਣੀਏ, ਸਹੀ ਗੱਲ ਸੁਣੀਏ। ਪਰਮਾਤਮਾ ਕਦੇ ਵੀ ਸਾਨੂੰ ਗਲਤ ਕੰਮ ਕਰਨ ਦੇ ਲਈ ਨਹੀਂ ਪ੍ਰੇਰ ਸਕਦਾ। ਅਜਿਹੀਆਂ ਬਹੁਤ ਸਾਰੀਆਂ ਸਥਿਤੀਆਂ ਸਾਡੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਨੇ ਜਿੱਥੇ ਸਾਡੇ ਕੋਲੇ ਦੋ ਆਪਸ਼ਨਸ ਹੁੰਦੀਆਂ ਨੇ, ਦੋ ਵਿਕਲਪ ਹੁੰਦੇ ਨੇ, ਤੇ ਸਾਨੂੰ ਭਲੀ ਭਾਂਤ ਪਤਾ ਹੁੰਦਾ ਹੈ ਕਿ ਜੇ ਮੈਂ ਇਹ ਆਪਸ਼ਨ, ਇਹ ਵਿਕਲਪ ਚੁਣਦਾ ਹਾਂ ਤਾਂ ਮੈਂ ਗਲਤ ਕੰਮ ਕਰ ਰਿਹਾ ਹਾਂ, ਤੇ ਜੇ ਇਹ ਚੁਣਦਾ ਹਾਂ ਤਾਂ ਸਹੀ ਕਰ ਰਿਹਾ ਹਾਂ। ਤੇ ਜੇ ਮੈਂ ਸਹੀ ਵਾਲਾ ਚੁਣਦਾ ਹਾਂ, ਕਈ ਵਾਰ ਅਜਿਹੀ ਹਾਲਾਤ ਹੁੰਦੀ ਹੈ ਕਿ ਜੇ ਮੈਂ ਸਹੀ ਵਾਲਾ ਚੁਣਦਾ ਹਾਂ ਤਾਂ ਮੈਨੂੰ ਘੱਟ ਫਾਇਦਾ ਹੋਏਗਾ। ਜੇ ਮੈਂ ਗਲਤ ਵਾਲਾ ਚੁਣਦਾ ਹਾਂ ਤਾਂ ਮੈਂ ਬੇਈਮਾਨੀ ਤਾਂ ਕਰਾਂਗਾ ਪਰ ਮੈਨੂੰ ਫਾਇਦਾ ਜ਼ਿਆਦਾ ਹੋਏਗਾ। ਤਾਂ ਉੱਥੇ ਪ੍ਰਮਾਤਮਾ ਸਾਨੂੰ ਕੀ ਕਹਿ ਰਿਹਾ ਹੈ ਕਿ ਤੂੰ ਸਹੀ ਵਾਲਾ ਵਿਕਲਪ ਚੁਣ। ਸਾਨੂੰ ਇਸ ਗੱਲ ਦਾ ਗਿਆਨ ਹੋਣਾ ਕਿ ਕੀ ਸਹੀ ਹੈ, ਕੀ ਗਲਤ ਹੈ, ਇਹੀ ਉਸ ਪ੍ਰਮਾਤਮਾ ਦੀ ਸਾਡੇ ਨਾਲ ਵਾਰਤਾਲਾਪ ਹੈ। ਉਸ ਗੱਲ ਨੂੰ ਸਮਝੀਏ ਤੇ ਉਹ ਚੁਣੀਏ ਜੋ ਸਹੀ ਹੈ। ਜੋ ਤੁਮ ਕਹੋ ਸੋਈ ਮੋਹਿ ਕਰਨਾ। ਜੈ ਪੇਖੋ ਤਹਾਂ ਤੁਮ ਵਸਨਾ, ਨਿਰਭਉ ਨਾਮ ਜਪਉ ਤੇਰਾ ਰਸਨਾ। ਕਿ ਮੈਂ ਜਿਹੜੇ ਪਾਸੇ ਵੀ ਵੇਖਾਂ ਮੈਨੂੰ ਤੂੰ ਹੀ ਵਸਦਾ ਹੋਇਆ ਨਜ਼ਰ ਆਉਂਦਾ ਹੈ। ਮੇਰੀ ਰਸਨਾ, ਮੇਰੀ ਜੀਵ ਤੇਰਾ ਨਿਰਭਉ ਨਾਮ ਜਪਦੀ ਰਹਿੰਦੀ ਹੈ। ਨਿਰਭਉ ਜਿਹੜਾ ਦੁਨੀਆ ਦੇ ਡਰਾਂ ਤੋਂ ਬਚਾ ਕੇ ਰੱਖਦਾ ਹੈ। ਤੂੰ ਮੇਰੀ ਨਵਨਿਧ ਤੂੰ ਭੰਡਾਰ, ਰੰਗ ਰਸਾ ਤੂੰ ਮਨੇ ਆਧਾਰ। ਤੂੰ ਹੀ ਮੇਰੇ ਲਈ 9 ਖਜ਼ਾਨੇ ਹੈ, ਤੂੰ ਹੀ ਮੇਰਾ ਭੰਡਾਰ ਹੈ, ਖਜ਼ਾਨਾ ਹੈ। ਦੁਨੀਆ ਦੇ ਅਨੇਕ ਪ੍ਰਕਾਰ ਦੇ ਰੰਗ ਅਤੇ ਰਸ ਮੈਨੂੰ ਤੇਰੇ ਨਾਮ ਦੇ ਵਿੱਚੋਂ ਹੀ ਮਿਲ ਜਾਂਦੇ ਨੇ। ਤੂੰ ਮੇਰੇ ਮਨ ਦਾ ਆਸਰਾ ਵੀ ਹੈ। ਤੂੰ ਮੇਰੀ ਸੋਭਾ ਤੁਮ ਸੰਗ ਰਚੀਆ, ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ। ਮੇਰੀ ਤੇਰੇ ਨਾਲ ਹੀ ਸ਼ੋਭਾ ਹੈ, ਮੇਰੀ ਵਡਿਆਈ ਤੇਰੇ ਨਾਲ ਹੀ ਹੈ। ਇਸੇ ਲਈ ਮੈਂ ਸਦਾ ਤੇਰੇ ਨਾਮ ਦੇ ਵਿੱਚ ਰਚਿਆ ਰਹਿੰਦਾ ਹਾਂ, ਸਦਾ ਤੇਰੇ ਚਰਨਾਂ ਦੇ ਵਿੱਚ ਸੁਰਤ ਜੋੜੀ ਰੱਖਦਾ ਹਾਂ। ਤੂੰ ਹੀ ਮੇਰੀ ਓਟ ਹੈ ਤੇ ਤੂੰ ਹੀ ਮੇਰਾ ਆਸਰਾ ਹੈ। ਮਨ ਤਨ ਅੰਤਰ ਤੂੰ ਹੀ ਧਿਆਇਆ, ਮਰਮ ਤੁਮਾਰਾ ਗੁਰ ਤੇ ਪਾਇਆ। ਮਰਮ ਤੋਂ ਭਾਵ ਭੇਦ। ਕਹਿੰਦੇ ਮੈਂ ਆਪਣੇ ਮਨ ਅਤੇ ਤਨ ਦੇ ਵਿੱਚ ਸਦਾ ਤੈਨੂੰ ਧਿਆਉਂਦਾ ਰਹਿੰਦਾ ਹਾਂ। ਤੇਰਾ ਭੇਦ ਮੈਨੂੰ ਗੁਰੂ ਨੇ ਦੱਸਿਆ ਹੈ, ਤੇਰਾ ਭੇਦ ਮੈਂ ਗੁਰੂ ਪਾਸੋਂ ਹਾਸਲ ਕੀਤਾ ਹੈ। ਸਤਿਗੁਰ ਤੇ ਦ੍ਰਿੜਿਆ ਇੱਕ ਏਕੈ, ਨਾਨਕ ਦਾਸ ਹਰ 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 ਟੇਕੈ। ਹੇ ਨਾਨਕ, ਜਿਸ ਮਨੁੱਖ ਨੇ ਗੁਰੂ ਪਾਸੋਂ ਇੱਕ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਪੱਕਾ ਕਰ ਲਿਆ ਹੈ, ਗੁਰੂ ਦੀ ਸਿੱਖਿਆ ਲੈ ਕੇ ਉਸ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਦੇ ਵਿੱਚ ਪੱਕਾ ਕਰ ਲਿਆ ਹੈ, ਉਸ ਸੇਵਕ ਨੂੰ ਸਦਾ ਹਰੀ ਨਾਮ ਦਾ ਸਹਾਰਾ ਹੋ ਜਾਂਦਾ ਹੈ। ਉਹ ਕਿਸੇ ਵੀ ਘੜੀ ਦੇ ਵਿੱਚ ਹੋਵੇ, ਕਿਸੇ ਵੀ ਪ੍ਰਕਾਰ ਦੇ ਹਾਲਾਤ ਦੇ ਵਿੱਚ ਹੋਵੇ, ਉਹਨੂੰ ਇਸ ਗੱਲ ਦਾ ਨਿਸ਼ਚਾ ਹੁੰਦਾ ਹੈ ਕਿ ਉਸ ਪ੍ਰਮਾਤਮਾ ਦਾ ਨਾਮ, ਉਹ ਪ੍ਰਮਾਤਮਾ ਆਪ ਮੇਰੇ ਨਾਲ ਹੈ। ਮੈਨੂੰ ਕਿਸੇ ਸਥਿਤੀ ਜਾਂ ਕਿਸੇ ਵੀ ਹੋਰ ਜੀਵ ਇਨਸਾਨ ਤੋਂ ਡਰਨ ਦੀ ਲੋੜ ਨਹੀਂ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 181ਵੇਂ ਅੰਗ ਦੀ ਬਾਣੀ ਦੀ ਸਮਾਪਤੀ ਹੁੰਦੀ ਹੈ ਜੀ। ਬੜੀ ਹੀ ਸਰਲ ਬਾਣੀ ਇਸ ਅੰਗ ਦੇ ਉੱਪਰ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਉਚਰੀ ਗਈ ਹੈ ਤੇ ਬੜੀਆਂ ਹੀ ਪ੍ਰੈਕਟੀਕਲ ਗੱਲਾਂ ਸਾਨੂੰ ਇਸ ਅੰਗ ਦੀ ਬਾਣੀ ਦੇ ਵਿੱਚੋਂ ਵੀ ਸਿੱਖਣ ਨੂੰ ਮਿਲੀਆਂ ਹਨ। ਬੇਸ਼ੱਕ ਗੱਲ ਹੋਵੇ ਕਿ ਉਹ ਪ੍ਰਮਾਤਮਾ ਵਸਦਾ ਕਿੱਥੇ ਹੈ, ਤੇ ਉਹਦਾ ਜਵਾਬ ਸਾਨੂੰ ਪਹਿਲੀ ਹੀ ਪੰਕਤੀ ਦੇ ਵਿੱਚ ਮਿਲਿਆ ਸੀ ਕਿ ਮਨ ਮੰਦਰ ਤਨ ਸਾਜੀ ਬਾਰ, ਕਿ ਉਹ ਪ੍ਰਮਾਤਮਾ ਦੇ ਲਈ ਸਾਡਾ ਮਨ ਹੀ ਮੰਦਰ ਹੈ। ਬੇਸ਼ੱਕ ਉਹ ਸਵਾਲ ਹੋਵੇ ਕਿ ਉਹ ਕਿਹੜਾ ਵਪਾਰੀ ਹੈ ਜਿਹਦੀ ਉਸ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਚੱਲਦੀ ਹੈ, ਤੇ ਆਖਰੀ ਪੰਕਤੀ ਪਹਿਲੇ ਸ਼ਬਦ ਦੀ ਵਿੱਚ ਗੁਰੂ ਜੀ ਨੇ ਆਨਸਰ ਵੀ ਦਿੱਤਾ ਸੀ ਕਿ ਉਹ ਵਪਾਰੀ ਗੁਰੂ ਹੈ ਜਿਹਦੀ ਉਸ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਚੱਲਦੀ ਹੈ। ਫਿਰ ਅਸੀਂ ਖੁਸ਼ੀ ਅਤੇ ਗਮੀ ਦੇ ਬਾਰੇ ਵਿੱਚ ਵੀ ਸਿੱਖਿਆ ਕਿ ਕਿਸ ਤਰ੍ਹਾਂ ਜੋ ਪ੍ਰਮਾਤਮਾ ਦੇ ਨਾਲ ਇਨਸਾਨ ਜੁੜ ਜਾਂਦਾ ਹੈ ਤਾਂ ਖੁਸ਼ੀ ਅਤੇ ਗਮੀ ਦੋਹਾਂ ਤੋਂ ਹੀ ਮੁਕਤ ਹੋ ਜਾਂਦਾ ਹੈ। ਤੇ ਆਖਰੀ ਵਾਲੇ ਸ਼ਬਦ ਦੇ ਵਿੱਚ ਗੁਰੂ ਜੀ ਨੇ ਉਸ ਪ੍ਰਮਾਤਮਾ ਨੂੰ ਆਪਣਾ ਸਭ ਕੁਝ ਮੰਨ ਲਿਆ ਤੇ ਸਾਨੂੰ ਵੀ ਪ੍ਰੇਰਿਤ ਕੀਤਾ ਹੈ ਕਿ ਅਸੀਂ ਵੀ ਉਸ ਪ੍ਰਮਾਤਮਾ ਨੂੰ ਆਪਣਾ
ਸਭ ਕੁਝ ਮੰਨ ਲਈਏ। ਅਸੀਂ ਇਹ ਵੀ ਸਿੱਖਿਆ ਕਿ ਉਹ ਪ੍ਰਮਾਤਮਾ ਸਾਡੇ ਨਾਲ ਕਿਸ ਪ੍ਰਕਾਰ ਵਾਰਤਾਲਾਪ ਕਰਦਾ ਹੈ। ਸੋ ਉਮੀਦ ਕਰਦੇ ਹਾਂ ਕਿ ਇਹ ਸਾਰੀਆਂ ਹੀ ਗੱਲਾਂ ਤੁਹਾਨੂੰ ਸਮਝ ਦੇ ਵਿੱਚ ਆ ਗਈਆਂ ਹੋਣਗੀਆਂ ਅਤੇ ਤੁਸੀਂ ਆਪਣੀਆਂ ਜ਼ਿੰਦਗੀਆਂ ਦੇ ਵਿੱਚ ਇਹਨਾਂ ਗੱਲਾਂ ਨੂੰ ਲਾਗੂ ਵੀ ਜ਼ਰੂਰ ਕਰੋਗੇ। ਇੱਥੇ ਹੀ ਫਤਿਹ ਬੁਲਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।